हैप्पी बर्थडे। As you can see मैं ਇਹਦੇ ਤੋਂ ਇੰਜੋਏ ਕਰ ਰਹੇ ਹਾਂ, ਫਰਾਈਜ਼ ਖਾ ਰਹੇ ਹਾਂ। ਮੈਂ ਐਕਸਪਲੇਨ ਨਹੀਂ ਕਰ ਸਕਦੀ ਵਰਡਸ ਦੇ ਵਿੱਚ ਕਿ ਤੁਸੀਂ ਦੋਨੋਂ ਮੇਰੇ ਲਈ ਕਿੰਨੀਆਂ ਜ਼ਿਆਦਾ ਇੰਪੋਰਟੈਂਟ ਹੈ। गाइस ਹੁਣ ਅਸੀਂ ਸੜਕ ਕ੍ਰਾਸ ਕਰਨੀ ਹੈ। Hello and welcome back to my YouTube channel. My name is Amninder. I hope you all are doing great in your life and enjoying your life. And welcome back to my new vlog. Last वाला vlog काफ़ी ज़्यादा lengthy हो गया सीगा and इस करके मैंने वो उत्थे finish करना पिया। And जिन्होंने वो vlog नहीं देखा हैगा please उस vlog ਨੂੰ ਜਾ ਕੇ ਦੇਖੋ and like ਕਰੋ, share ਕਰੋ and ਮੈਨੂੰ comment ਕਰਕੇ ਜ਼ਰੂਰ ਦੱਸੋ ਕਿਹੜੀਆਂ ਚੀਜ਼ਾਂ ਤੁਹਾਨੂੰ ਮੇਰੇ vlog ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਲੱਗਦੀਆਂ ਹੈਗੀਆਂ and ਕੀ ਕੁਝ ਤੁਸੀਂ next further ਦੇਖਣਾ ਚਾਹੁੰਦੇ ਹੈਗੇ ਹੋ। So definitely ਮੈਂ ਉਹਨਾਂ topics ਦੇ ਉੱਪਰ ਜ਼ਰੂਰ videos ਬਣਾਉਂਗੀ। एंड अगेन इग्नोरिंग माई लुक, मैं काम तो आके बस रेस्ट करके इस तो बाद सीधा बस मैं पढ़न बैठ गई सी एंड हुणे मैं अपना काम सॉर्ट करके हटी हाँ। एंड राइट नाउ टाइम इज़ 6 PM ਤੇ ਹੁਣ ਮੈਂ ਜਾਣਾ ਹੈਗਾ ਈਵਨਿੰਗ ਵਾਕ ਤੇ ਐਂਡ ਕਿਚਨ ਦੇ ਕੰਮ ਮੇਰੇ ਪਏ ਹੈਗੇ ਕੁਝ ਲਾਈਕ ਡਿਨਰ ਦੀ ਪ੍ਰੈਪਰੇਸ਼ਨ ਕਰਨੀ ਹੈਗੀ ਆ, ਪਲੈਨਿੰਗ ਕਰਨੀ ਹੈਗੀ ਆ, ਸ਼ਾਵਰ ਲੈਣਾ ਹੈਗਾ। ਸੋ ਮੇਜਰਲੀ ਇਹ ਮੇਰੇ 4 ਕੰਮ ਪੈਂਡਿੰਗ ਪਏ ਹੈਗੇ ਆ ਤਾਂ ਜਲਦੀ ਇਹਨਾਂ 4 ਕੰਮਾਂ ਨੂੰ ਆਪਾਂ ਕੰਪਲੀਟ ਕਰ ਲੈਣੇ ਆ। ਸੋ ਆਈ ਥਿੰਕ ਸਭ ਤੋਂ ਪਹਿਲਾਂ ਮੈਨੂੰ ਵਾਕ ਤੇ ਜਾਣਾ ਚਾਹੀਦਾ ਬਿਕਾਜ਼ ਇੱਥੇ ਵਿੰਟਰਸ ਚੱਲ ਰਹੀਆਂ ਹੈਗੀਆਂ ਨੇ ਤਾਂ ਇਸ ਕਰਕੇ 6 ਵਜੇ ਤੁਹਾਨੂੰ ਪਤਾ ਹੀ ਹੈ ਕਿੰਨਾ ਹਨੇਰਾ ਹੋ ਜਾਂਦਾ ਹੈਗਾ ਬਟ ਫਿਰ ਵੀ ਆਪਾਂ ਜਾਵਾਂਗੇ ਬਿਕਾਜ਼ ਇਹ ਚੀਜ਼ ਮੈਂ ਰੀਸੈਂਟਲੀ ਸਟਾਰਟ ਕੀਤੀ ਹੈਗੀ ਹੈ। ਰਾਈਟ ਨਾਓ ਮੈਨੂੰ ਮਤਲਬ 6 ਮਹੀਨੇ ਹੋ ਗਏ ਆ ਬਟ ਫਿਰ ਵੀ ਮੇਰਾ ਜਿਹੜਾ ਸਕੈਜੂਅਲ ਹੈਗਾ ਉਹ ਪ੍ਰੋਪਰਲੀ ਬਣ ਹੀ ਨਹੀਂ ਰਿਹਾ ਸੀ ਕਿਉਂਕਿ ਕਈ ਵਾਰੀ ਮੇਰੀ ਜੌਬ ਮਾਰਨਿੰਗ ਹੁੰਦੀ ਸੀ, ਕਈ ਵਾਰੀ ਈਵਨਿੰਗ ਹੁੰਦੀ ਸੀਗੀ ਤਾਂ ਉਹਦੇ ਨਾਲ ਸਾਰੀਆਂ ਚੀਜ਼ਾਂ ਮਤਲਬ ਡਿਸਟਰਬ ਹੋ ਜਾਂਦੀਆਂ ਸੀਗੀਆਂ ਜਿਵੇਂ ਕਿ ਸਟੱਡੀ ਟਾਈਮ ਹੋ ਗਿਆ ਜਾਂ ਜੋ ਵੀ ਆਪਣਾ ਸੈਲਫ ਕੇਅਰ ਰੂਟੀਨ ਹੋ ਗਿਆ ਜਾਂ ਮਾਰਨਿੰਗ ਈਵਨਿੰਗ ਵਾਕ ਹੋ ਗਈ ਤਾਂ ਇਸ ਕਰਕੇ ਉਹ ਪ੍ਰੋਪਰਲੀ ਤੁਸੀਂ ਕਹਿ ਸਕਦੇ ਹੋ ਇੰਪਲੀਮੈਂਟ ਹੀ ਨਹੀਂ ਹੋ ਪਾ ਰਿਹਾ ਸੀਗਾ ਸਭ ਕੁਝ। ਤਾਂ ਇਸ ਕਰਕੇ ਹੁਣ ਥੋੜਾ ਜਿਹਾ ਮੇਰਾ ਸਕੈਜੂਅਲ ਸਹੀ ਹੋਇਆ ਹੈਗਾ। ਮੈਂ ਈਵਨਿੰਗ ਟਾਈਮ ਮੋਸਟ ਪ੍ਰੋਬੇਬਲੀ ਫ੍ਰੀ ਹੀ ਹੁੰਨੀ ਆ ਜਾਂ ਫਿਰ ਸਿਰਫ ਮੈਂ ਆਪਣੀ ਸਟੱਡੀ ਹੀ ਕਰਨੀ ਹੁੰਦੀ ਆ। ਸੋ ਇਸ ਕਰਕੇ ਮੈਂ ਸੋਚਿਆ ਕਿ ਮਾਰਨਿੰਗ ਨਾ ਸੀ ਈਵਨਿੰਗ ਵਾਕ ਤੇ ਚਲੋ ਆਪਾਂ ਜਾ ਸਕਦੇ ਹੈਗੇ ਆ ਕਿਉਂਕਿ ਫਰੈਸ਼ ਏਅਰ ਲੈਣਾ, ਇਨਵਾਇਰਨਮੈਂਟ ਦੇ ਨਾਲ ਥੋੜਾ ਟਾਈਮ ਸਪੈਂਡ ਕਰਨਾ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਇਹੀ ਸਾਰੀਆਂ ਚੀਜ਼ਾਂ ਨੇ ਜੋ ਆਪਣੀ ਬਾਡੀ ਨੂੰ ਹੈਲਥੀ ਰੱਖਦੀਆਂ ਨੇ, ਆਪਣੇ ਮਾਈਂਡ ਨੂੰ ਫਰੈਸ਼ ਰੱਖਦੀਆਂ ਹੈਗੀਆਂ ਨੇ। ਸੋ ਬਿਨਾਂ ਟਾਈਮ ਵੇਸਟ ਕੀਤੇ ਲੈਟਸ ਗੋ ਫॉर ਈਵਨਿੰਗ ਵਾਕ। हाय गाइस, सो मैं वापस आ गई हाँ तो राइट नाउ टाइम है 6:30। काफ़ी ज़्यादा मेरा साह चढ़िया होया हैगा बट मैं मतलब जदों दी ये करना स्टार्ट किया हैगा मतलब ईवनिंग वॉक, समटाइम जॉगिंग एंड समटाइम लाइक ब्रिस्क वॉकिंग या रनिंग ਉਹਦੇ ਨਾਲ ਮੇਰੀ ਬॉडी बहुत ज़्यादा हल्का महसूस करती है एंड बहुत ही ज़्यादा रिफ्रैश फील ਹੁੰਦਾ ਹੈਗਾ। ਤੁਸੀਂ ਵੀ ਇਹ ਚੀਜ਼ ਅਗਰ ਟਰਾਈ ਕਰੋਗੇ ਨਾ ਸੀਰੀਅਸਲੀ ਤੁਸੀਂ ਕਾਫੀ ਬੈਟਰ ਰਿਜ਼ਲਟਸ ਦੇਖੋਗੇ ਆਪਦੀ ਸਕਿਨ ਦੇ ਵਿੱਚ ਜਾਂ ਆਪਦੀ ਬॉडी ਦੇ ਵਿੱਚ। ਹੈਲੋ ਗਾਇਜ਼, ਵੈਲਕਮ ਬੈਕ। ਦਿਸ ਇਜ਼ ਦੀ ਅਨਦਰ ਡੇ ਤੇ ਅੱਜ ਮੈਂ ਇੰਦਰ ਦੇ ਨਾਲ ਆਈ ਹੈਗੀ ਬਾਹਰ ਤੇ ਥੋੜਾ ਸਾਨੂੰ ਇੰਪੋਰਟੈਂਟ ਕੰਮ ਸੀਗਾ ਉਹਦੇ ਲਈ ਬਟ ਰਾਈਟ ਨਾਓ ਹੁਣ ਅਸੀਂ ਫ੍ਰੀ ਹੈਗੇ ਆ ਤੇ ਹੁਣ ਅਸੀਂ ਇੱਥੇ ਥੋੜਾ ਬਹੁਤਾ ਘੁੰਮਾਂਗੇ ਤੇ ਕਾਫੀ ਪੀਵਾਂਗੇ। ਬੈਕਗ੍ਰਾਉਂਡ ਦਿਖਾਓ। ਹੈਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਬੈਕਗ੍ਰਾਉਂਡ। ਇੰਪੋਰਟੈਂਟ ਕੰਮ ਸੀਗਾ ਉਹ ਹੋ ਚੁੱਕਿਆ ਤੇ ਰਾਈਟ ਨਾਓ ਮੈਂ ਹੁਣ ਘਰੇ ਜਾ ਰਹੀ ਹੈਗੀ ਆ। ਕਾਫੀ ਜ਼ਿਆਦਾ ਹਨੇਰਾ ਹੋ ਚੁੱਕਿਆ ਤੇ ਘਰੇ ਜਾ ਕੇ ਵੀ ਬਹੁਤ ਸਾਰੇ ਕੰਮ ਮੈਂ ਕਰਨੇ ਹੈਗੇ ਆ ਬਟ ਬਹੁਤ ਜ਼ਿਆਦਾ ਮਜ਼ਾ ਆਇਆ। ਅਸੀਂ ਇਸ ਤੋਂ ਬਾਅਦ ਰੈਂਟਲ ਮਾਲ ਘੁੰਮੇ, ਬਾਹਰ ਘੁੰਮੇ ਆ ਐਂਡ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਸਾਰੀ ਮਸਤੀ ਕੀਤੀ। ਸੀਰੀਅਸਲੀ ਬਹੁਤ ਮਜ਼ਾ ਆਇਆ। ਹੈਲੋ ਗਾਇਜ਼, ਦਿਸ ਇਜ਼ ਦੀ ਨੈਕਸਟ ਡੇ ਤੇ ਹੁਣ ਅਸੀਂ ਇੱਥੇ ਕਾਫੀ ਇੰਜੋਏ ਕਰ ਰਹੇ ਹਾਂ, ਫਰਾਈਜ਼ ਖਾ ਰਹੇ ਹਾਂ। ਅਸੀਂ ਕੱਲ੍ਹ ਅਸੀਂ ਬਹੁਤ ਮਸਤੀ ਕੀਤੀ, ਬਹੁਤ ਸਾਰੀ ਜਗ੍ਹਾ ਤੇ ਘੁੰਮੇ ਤੇ ਬਹੁਤ ਕੁਛ ਦੇਖਿਆ ਬਟ ਕੁਛ ਲਿੱਤਾ ਨਹੀਂ ਬਟ ਮਾਈਂਡ ਬਹੁਤ ਫਰੈਸ਼ ਹੋ ਗਿਆ ਸੀਗਾ। ਸੋ ਹੁਣ ਅਸੀਂ ਸਟਾਪ ਤੇ ਇੱਥੇ ਬੈਠੇ ਹੈਗੇ ਆ ਤੇ ਵੇਟ ਕਰ ਰਹੇ ਆ ਬੱਸ ਦੀ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਕਿ ਇੱਥੇ ਸਟਾਪ ਕਿੱਦਾਂ ਦੇ ਹੁੰਦੇ ਆ। ਜਸਟ 1 ਮਿੰਟ। ਇੱਕ ਸਟਾਪ ਤੇ ਮਤਲਬ ਇਦਾਂ ਦਾ ਲੱਗਿਆ ਜਿਵੇਂ ਹੁਣ ਅਸੀਂ ਸਟਾਪ ਨੰਬਰ 2 ਤੇ ਬੈਠੇ ਹੈਗੇ ਆ ਹਨਾ ਤਾਂ 2 ਤੋਂ ਇੱਥੇ ਬੱਸ ਆਊਗੀ ਇਦਾਂ ਇੱਥੇ ਮਤਲਬ ਆਪਾਂ ਬੈਠ ਸਕਦੇ ਹੈਗੇ ਆ। ਐਜ਼ ਯੂ ਕੈਨ ਸੀ ਇੰਦਰ ਬੈਠੀ ਹੈ ਤੇ ਇੱਥੇ ਯੈਲੋ ਵਾਲਾ ਜਿਹੜਾ ਸੈਕਸ਼ਨ ਹੈ ਇੱਥੇ ਆਪਾਂ ਖੜ ਕੇ ਮਤਲਬ ਬੱਸ ਬੋਰਡ ਕਰਨੀ ਆ ਤਾਂ ਇੱਥੇ ਬੱਸ ਆਊਗੀ। ਇੱਥੇ ਮਤਲਬ ਆਪਾਂ ਰਸਤੇ 'ਚ ਕਿਤੇ ਵੀ ਰੁਕ ਕੇ ਮਤਲਬ ਬੱਸ ਤੇ ਨਹੀਂ ਚੜ੍ਹ ਸਕਦੇ ਹੈਗੇ। ਬੱਸ ਆਲਵੇਜ਼ ਸਟਾਪ ਤੇ ਹੀ ਰੁਕਦੀ ਆ। ਐਂਡ ਮੈਂ ਇੱਕ ਤੁਹਾਨੂੰ ਦੱਸ ਰਹੀ ਸੀਗੀ ਨਾ ਵੀ ਇੱਕ ਇੱਥੇ ਆਪਾਂ ਕਿਤੇ ਵੀ ਸੜਕ ਨਹੀਂ ਇੱਦਾਂ 2000 years later
ਇੱਕ ਇੱਥੇ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਜਦੋਂ ਆਪਾਂ ਸੜਕ ਕ੍ਰਾਸ ਕਰਨਾ ਹੈਗਾ ਤਾਂ ਮੋਸਟਲੀ ਇੱਥੇ ਸੜਕ ਕ੍ਰਾਸ ਕਰਨ ਵਾਸਤੇ ਇੱਕ ਸਪੈਸ਼ਲ ਏਰੀਆ ਬਣਿਆ ਹੋਇਆ ਹੈ ਜਿੱਥੋਂ ਆਪਾਂ ਕ੍ਰਾਸ ਕਰ ਸਕਦੇ ਹਾਂ, ਜਿੱਥੇ ਕਿ ਇੱਕ ਬਟਨ ਲੱਗਿਆ ਹੁੰਦਾ, ਉਸ ਬਟਨ ਨੂੰ ਆਪਾਂ ਪ੍ਰੈਸ ਕਰਨਾ ਹੁੰਦਾ ਤੇ ਜਦੋਂ ਆਪਣੀ ਟਰਨ ਆਏਗੀ ਤਾਂ ਉੱਥੇ ਸ਼ੋਅ ਹੋਣ ਲੱਗ ਜਾਏਗਾ ਕਿ ਆਪਾਂ ਹੁਣ ਉੱਥੋਂ ਕ੍ਰਾਸ ਕਰ ਸਕਦੇ ਹਾਂ। ਬਿਕੋਜ਼ ਇੱਥੇ ਟ੍ਰੈਫਿਕ ਲਾਈਟਸ ਵਗੈਰਾ ਨੂੰ ਕਾਫੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਆ। ਮੈਂ ਤੁਹਾਨੂੰ ਇੱਕ ਦਿਖਾ ਦਿੰਦੀ ਹਾਂ ਵੀ ਕਿੱਥੇ। ਐਜ਼ ਯੂ ਕੈਨ ਸੀ ਉਹ ਸਾਹਮਣੇ ਉਹ ਟ੍ਰੈਫਿਕ ਲਾਈਟਸ ਲੱਗੀਆਂ ਹੋਈਆਂ, ਉੱਥੇ ਕਿੰਨੇ ਸਾਰੇ ਲੋਕ ਖੜੇ ਆ, ਉਹ ਵੇਟ ਕਰ ਰਹੇ ਕਿ ਕਦੋਂ ਉਹਨਾਂ ਦੀ ਟਰਨ ਆਏ, ਜਿਵੇਂ ਕਿ ਹੁਣ ਉਹ ਰੋਡ ਕ੍ਰੋਸ ਕਰ ਰਹੇ ਨੇ। ਬਟ ਸਪੈਸ਼ਲੀ ਮਤਲਬ ਜਦੋਂ ਆਪਾਂ ਵੱਡੇ ਰੋਡ ਤੇ ਹੈਗੇ ਆ ਤਾਂ ਉਹਨਾਂ ਦਾ ਹੀ ਯੂਜ਼ ਕਰਕੇ ਆਪਾਂ ਸੜਕ ਕ੍ਰੋਸ ਕਰ ਸਕਦੇ ਹਾਂ, ਅਦਰਵਾਈਜ਼ ਤਾਂ ਆਪਾਂ ਕਿਵੇਂ ਵੀ ਕਰ ਸਕਦੇ ਹਾਂ ਬਟ ਥੋੜਾ ਧਿਆਨ ਨਾਲ। ਸੋ ਹੁਣ ਮੈਂ ਕੰਮ ਤੋਂ ਫ੍ਰੀ ਹੋ ਕੇ ਘਰੇ ਜਾ ਰਹੀ ਹਾਂ ਐਂਡ ਮੈਂ ਤੇ ਇੰਦਰ ਨੇ ਕਾਫੀ ਵਗੈਰਾ ਪੀਤੀ ਐਂਡ ਹੁਣ ਮਸਤ ਐਨਰਜੀ ਆ ਗਈ ਹੈ ਬੋਡੀ 'ਚ। ਤੇ ਘਰੇ ਜਾਣ ਤੋਂ ਪਹਿਲਾਂ ਮੈਂ ਰਸਤੇ 'ਚ ਇਹ ਖਰੀਦਿਆ, ਦਿਸ ਇਜ਼ ਭੁਜੀਆ ਸੇਵੀਆਂ। ਵੈਸੇ ਮੈਨੂੰ ਆਲੂ ਭੁਜੀਆ ਜ਼ਿਆਦਾ ਪਸੰਦ ਹੈ, ਆਈ ਡੋਂਟ ਨੋ ਵਾਈ ਮੈਂ ਇਹ ਲਿੱਤਾ ਬਟ ਇਟਸ ਓਕੇ। ਆਈ ਥਿੰਕ ਮੈਂ ਉਸ ਟਾਈਮ ਇਹ ਸੋਚ ਰਹੀ ਸੀਗੀ ਕਿ ਕੁਛ ਨਵਾਂ ਟਰਾਈ ਕਰਦੇ ਹਾਂ ਫॉर दैट ਰੀਜ਼ਨ, ਬਟ ਮੈਨੂੰ ਇਹ ਵੀ ਵਧੀਆ ਲੱਗਦਾ ਹੈ। ਬਸ ਸਿਰਫ 2 ਮਿੰਟ ਦੀ ਵਾਕ ਰਹਿ ਗਈ ਆ, ਫਿਰ ਘਰੇ ਜਾ ਕੇ ਫਾਈਨਲੀ ਰੈਸਟ ਕਰੂੰਗੀ ਐਂਡ ਥੋੜੀ ਜਿਹੀ ਸਟੱਡੀ ਕਰਨੀ ਹੈ ਉਹ ਕਰੂੰਗੀ ਐਂਡ ਪਲੈਨਿੰਗ ਕਰਨੀ ਹੈ, ਪਲੈਨਿੰਗ ਐਂਡ ਪਲਾਟਿੰਗ। ਮੈਂ ਹਰ ਇੱਕ ਚੀਜ਼ ਦੀ ਪਲੈਨਿੰਗ ਕਰਨੀ ਹੁੰਦੀ ਆ ਕਿ ਮੈਂ ਕਿੰਨੇ ਵਜੇ ਕੰਮ ਤੇ ਜਾਣਾ ਹੈਗਾ, ਕਿੰਨੇ ਵਜੇ ਘਰੇ ਆਉਣਾ ਹੈਗਾ ਐਂਡ ਕਿੰਨਾ ਮੈਂ ਮਤਲਬ ਖਰਚਾ ਕਰ ਰਹੀ ਹੈਗੀ ਆ, ਕਿੰਨੇ ਮੇਰੇ ਕੋਲ ਸੇਵਿੰਗ ਦੇ ਵਿੱਚ ਪੈਸੇ ਹੈਗੇ ਆ। ਤਾਂ ਉਹਦੇ ਨਾਲ ਆਪਾਂ ਵੈਲ ਆਰਗੇਨਾਈਜ਼ਡ ਐਂਡ ਵੈਲ ਪ੍ਰੀਪੇਅਰ ਰਹਿੰਦੇ ਹਾਂ ਪਹਿਲਾਂ ਤੋਂ ਹੀ ਐਂਡ ਆਪਾਂ ਨੂੰ ਆਈਡੀਆ ਹੁੰਦਾ ਕਿ ਆਪਾਂ ਕਿੱਥੇ ਕੁ ਵਰਕ ਕਰ ਰਹੇ ਹਾਂ, ਕਿੱਥੇ ਕੁ ਸਟੈਂਡ ਕਰ ਰਹੇ ਹਾਂ ਅਤੇ ਕਿੰਨਾ ਕੁ ਆਪਾਂ ਨੂੰ ਹਾਲੇ ਕੰਮ ਕਰਨ ਦੀ ਲੋੜ ਹੈ ਆ, ਤੁਸੀਂ ਸਮਝ ਹੀ ਸਕਦੇ ਹੋ ਨਾ। ਐਂਡ ਆਈ ਐਮ ਸੋ ਹੈਪੀ ਅਬਾਊਟ ਦੈਟ ਕਿ ਮੈਂ ਇੱਦਾਂ ਔਰਗਨਾਈਜ਼ ਕਰਕੇ ਚੱਲਦੀ ਹੈਗੀ ਹਾਂ। ਅਗਰ ਮੈਂ ਔਰਗਨਾਈਜ਼ ਨਾ ਕਰਾਂ, ਮਤਲਬ ਪਲੈਨਿੰਗ ਵਗੈਰਾ ਨਾ ਕਰਾਂ, ਚੀਜ਼ਾਂ ਨੂੰ ਔਰਗਨਾਈਜ਼ ਨਾ ਕਰਾਂ ਤਾਂ ਕਾਫੀ ਜ਼ਿਆਦਾ ਕਨਫਿਊਜ਼ਨ ਰਹਿੰਦੀ ਆ ਮੇਰੀ ਲਾਈਫ ਦੇ ਵਿੱਚ ਅਤੇ ਮੈਨੂੰ ਕੁਛ ਵੀ ਸਮਝ ਨਹੀਂ ਆਉਂਦਾ ਹੁੰਦਾ ਕਿ ਮੈਂ ਕੀ ਕਰਾਂ। ਐਂਡ ਇਸ ਕੇਸ ਦੇ ਵਿੱਚ ਮੈਂ ਬਹੁਤ ਸਾਰਾ ਟਾਈਮ ਜਿਹੜਾ ਹੈਗਾ ਆਪਦਾ ਵੇਸਟ ਕਰਦੀ ਹਾਂ ਐਂਡ ਮੈਂ ਨਹੀਂ ਚਾਹੁੰਦੀ ਹੈਗੀ ਕਿ ਮੈਂ ਟਾਈਮ ਵੇਸਟ ਕਰਾਂ ਬਿਕੋਜ਼ ਟਾਈਮ ਇਜ਼ ਸੋ ਪ੍ਰੀਸ਼ੀਅਸ, ਤੁਹਾਨੂੰ ਸਭ ਨੂੰ ਪਤਾ ਹੀ ਆ। ਐਂਡ ਇੱਕ ਵਾਰੀ ਟਾਈਮ ਲੰਘ ਜਾਂਦਾ ਤਾਂ ਉਹ ਵਾਪਸ ਨਹੀਂ ਆਉਂਦਾ ਤਾਂ ਫਿਰ ਆਪਾਂ ਪਛਤਾਉਂਦੇ ਹਾਂ ਕਿ ਕਾਸ਼ ਉਸ ਸਮੇਂ ਨੂੰ ਮੈਂ ਆਹ ਚੀਜ਼ਾਂ ਕੀਤੀਆਂ ਹੁੰਦੀਆਂ। ਅਤੇ ਮੈਂ ਘਰੇ ਵੀ ਪਹੁੰਚ ਗਈ ਹਾਂ, ਹੁਣ ਮੈਂ ਕਰੂੰਗੀ ਰੈਸਟ, ਖਾਣਾ ਪੀਣਾ ਜੋ ਵੀ ਹੈ ਆਪਣਾ ਖਾਊਂਗੀ, ਚਾਹ ਪੀਊਂਗੀ। ਵੈਸੇ ਮੈਂ ਕੌਫੀ ਪੀ ਕੇ ਆਈ ਹੈਗੀ ਹਾਂ, ਬੇਸਿਕਲੀ ਮੈਂ ਰੈਸਟ ਹੀ ਕਰੂੰਗੀ ਐਂਡ ਇਸ ਤੋਂ ਬਾਅਦ ਜਦੋਂ ਮੈਂ ਪਲੈਨਿੰਗ ਕਰਨੀ ਹੋਊਗੀ ਦੈਨ ਡੈਫੀਨੇਟਲੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕੁਝ ਇਹੋ ਜਿਹੀਆਂ ਟਿਪਸ ਜੋ ਮੈਂ ਫੋਲੋ ਕਰਦੀ ਹੈਗੀ ਹਾਂ ਜੋ ਮੇਰੇ ਲਈ ਇਫੈਕਟਿਵ ਰਹਿੰਦੀਆਂ ਨੇ। ਸੋ ਬਾਏ। ਸੋ ਰਾਈਟ ਨਾਓ ਮੇਰਾ ਕਿਚਨ ਦਾ ਕੰਮ ਵੀ ਫਿਨਿਸ਼ ਹੋ ਚੁੱਕਿਆ ਐਂਡ ਮੈਂ ਫਰੈਸ਼ ਹੋ ਕੇ ਵੀ ਆ ਗਈ ਹੈਗੀ ਆ, ਕੱਪੜੇ ਵੀ ਮੈਂ ਚੇਂਜ ਕਰ ਲਏ ਹੈਗੇ ਆ ਅਤੇ ਅੱਜ ਮੈਨੂੰ ਕਾਫੀ ਜ਼ਿਆਦਾ ਫਰੈਸ਼ ਫੀਲ ਹੋ ਰਿਹਾ ਹੈਗਾ ਕਿਉਂਕਿ ਬਲੈਕ ਨਾਲੋਂ ਕੁਝ ਡਿਫਰੈਂਟ ਵੇਅਰ ਕੀਤਾ ਹੈਗਾ ਤਾਂ ਕਰਕੇ, ਨਹੀਂ ਤਾਂ ਅਦਰਵਾਈਜ਼ ਮਤਲਬ ਪੂਰਾ ਵੀਕ ਸਾਰਾ ਦਿਨ ਸਵੇਰ ਸ਼ਾਮ ਰਾਤ ਤੱਕ ਬਸ ਬਲੈਕ ਕੱਪੜੇ ਪਾ ਕੇ ਮੈਂ ਕਾਫੀ ਬੋਰ ਹੋ ਗਈ ਹਾਂ ਅਤੇ ਮੈਂ ਸੋਚਿਆ ਵਾਈ ਨੋਟ ਕੁਛ ਡਿਫਰੈਂਟ ਟਰਾਈ ਕਰਦੇ ਹਾਂ ਤਾਂ ਤੁਹਾਨੂੰ ਵੀ ਕੁਛ ਡਿਫਰੈਂਟ ਦੇਖਣ ਨੂੰ ਮਿਲੇ। ਐਂਡ ਹੁਣ ਆਪਾਂ ਕਰਦੇ ਹਾਂ ਪਲੈਨਿੰਗ। ਸੋ ਮੈਂ ਤੁਹਾਡੇ ਨਾਲ ਪਲੈਨਿੰਗ ਕਰੂੰਗੀ ਐਂਡ ਜਿਹੜੀਆਂ ਚੀਜ਼ਾਂ ਮੈਂ ਪਲਾਨ ਕਰਦੀ ਹਾਂ ਜਾਂ ਕਿਵੇਂ ਮੈਂ ਪਲਾਨ ਕਰਦੀ ਹੈਗੀ ਹਾਂ, ਕਿਹੜੀਆਂ ਚੀਜ਼ਾਂ ਨੂੰ ਯੂਜ਼ ਕਰਕੇ ਮੈਂ ਪਲਾਨ ਕਰਦੀ ਹੈਗੀ ਹਾਂ, ਮਤਲਬ ਕਿੱਦਾਂ ਔਰਗਨਾਈਜ਼ ਕਰਦੀ ਹਾਂ ਮੈਂ ਸਾਰਾ ਕੁਝ। ਸੋ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ। ਆਈ ਹੋਪ ਕਿ ਤੁਹਾਨੂੰ ਕੁਝ ਇਹਦੇ ਵਿੱਚੋਂ ਟਿਪਸ ਮਿਲ ਜਾਣ। ਵੈਸੇ ਮੇਰਾ ਇੱਕ ਚੈਨਲ ਹੋਰ ਬਣਿਆ ਹੋਇਆ ਹੈਗਾ, ਦੈਟਸ ਨੇਮ ਫਰੋਮ ਅ ਗੈਟ ਨੌਲੇਜ ਵਿਦ ਮੀ। ਸੋ ਸਭ ਤੋਂ ਪਹਿਲਾਂ ਮੈਂ ਉਹੀ ਚੈਨਲ ਚਲਾਇਆ ਸੀਗਾ ਐਂਡ ਉਹਦੇ ਉੱਪਰ ਮੇਰੀਆਂ ਸਟੱਡੀਜ਼ ਦੇ ਰਿਗਾਰਡਿੰਗ ਕਾਫੀ ਜ਼ਿਆਦਾ ਵੀਡੀਓਜ਼ ਬਣੀਆਂ ਹੋਈਆਂ ਹੈਗੀਆਂ, ਸਟੱਡੀ ਟਿਪਸ ਕਿੱਦਾਂ ਸਟੱਡੀ ਕਰਨੀ ਚਾਹੀਦੀ ਆ ਐਂਡ ਆਪਦੇ ਕੌਨਫੀਡੈਂਸ ਨੂੰ ਆਪਾਂ ਕਿਵੇਂ ਬੂਸਟ ਕਰ ਸਕਦੇ ਹਾਂ। ਸੋ ਇੱਦਾਂ ਦੀਆਂ ਕਾਫੀ ਸਾਰੀਆਂ ਵੀਡੀਓਜ਼ ਉਹਦੇ ਉੱਪਰ ਹੈਗੀਆਂ ਨੇ ਤਾਂ ਤੁਸੀਂ ਚੈੱਕਆਊਟ ਕਰ ਸਕਦੇ ਹੋ ਉੱਥੇ ਵੀ। ਤਾਂ ਉੱਥੇ ਤੁਹਾਨੂੰ ਹੋਰ ਵੀ ਜ਼ਿਆਦਾ ਐਲੈਬੋਰੇਟ ਤਰੀਕੇ ਦੇ ਨਾਲ ਕਾਫੀ ਵਧੀਆ ਇਫੈਕਟਿਵ ਵੀਡੀਓਜ਼ ਉਹਦੇ ਵਿੱਚ ਤੁਹਾਨੂੰ ਮਿਲਣਗੀਆਂ ਜੋ ਮੈਂ ਪਹਿਲਾਂ ਬਹੁਤ ਸਾਰੀਆਂ ਬਣਾਈਆਂ ਨੇ ਅਤੇ ਹੁਣ ਵੀ ਮੈਂ ਕਾਫੀ ਬਣਾ ਰਹੀ ਹੈਗੀ ਹਾਂ। ਬਟ ਐਨੀਵੇ ਰਾਈਟ ਨਾਓ ਮੈਂ ਜਿਹੜੀ ਹੈਗੀ ਆ ਪਲੈਨਿੰਗ ਉਹ ਲਾਈਕ ਇੱਦਾਂ ਦੀਆਂ ਡਾਇਰੀਜ਼ ਦੇ ਉੱਪਰ ਕਰਦੀ ਹੈਗੀ ਆ। ਤਾਂ ਤੁਸੀਂ ਕੀ ਕਰ ਸਕਦੇ ਹੋ, ਇੱਕ ਡਾਇਰੀ ਲਗਾ ਸਕਦੇ ਹੋ ਜਿਹਦੇ ਉੱਤੇ ਤੁਸੀਂ ਪਰਫੈਕਟਲੀ ਪਲੈਨਿੰਗ ਕਰ ਸਕੋ। ਸੋ ਇਹ ਜਿਹੜੀ ਡਾਇਰੀ ਹੈਗੀ ਆ ਇਹ ਮੈਂ ਜਿੱਥੇ ਮਤਲਬ ਜਿਸ ਯੂਨੀਵਰਸਿਟੀ ਦੇ ਵਿੱਚ ਮੈਂ ਪੜ੍ਹਦੀ ਹੈਗੀ ਆ ਉਹਨਾਂ ਨੇ ਪ੍ਰੋਵਾਈਡ ਕਰਵਾਈ ਸੀਗੀ ਅਕੋਰਡਿੰਗ ਟੂ ਦੇਅਰ ਓਨ ਲਾਈਕ ਸਕੈਜੂਅਲ, ਉਹਦੇ ਰਿਗਾਰਡਿੰਗ ਸਾਰਾ ਕੁਝ ਇਹਦੇ ਵਿੱਚ ਪਲਾਨ ਹੈਗਾ। ਤਾਂ ਮੈਂ ਇਹਦੇ ਉੱਪਰ ਯੂਜ਼ਲੀ ਪਲੈਨਿੰਗ ਕਰ ਲੈਂਦੀ ਹੈਗੀ ਆ। ਐਜ਼ ਯੂ ਕੈਨ ਸੀ ਮੈਂ ਇਹਦੇ ਉੱਪਰ ਲਾਈਕ ਇੱਦਾਂ ਪ੍ਰੈਜੈਂਟੇਸ਼ਨਸ ਦੇ ਰਿਗਾਰਡਿੰਗ ਐਂਡ ਇੱਦਾਂ ਕਾਫੀ ਕੁਝ ਆਪਣਾ ਟਾਈਮ ਵਗੈਰਾ ਮੈਨੇਜ ਕੀਤਾ ਹੋਇਆ ਵੀ ਮੈਂ ਆਪਣਾ ਵੀਕ ਦੇ ਵਿੱਚ ਕਰਨਾ ਹੁੰਦਾ, ਉਹ ਸਾਰਾ ਕੁਝ ਇਹਦੇ ਵਿੱਚ ਪਲਾਨ ਹੁੰਦਾ। ਬਟ ਇਸ ਤੋਂ ਇਲਾਵਾ ਮੈਂ ਨਾ ਸਾਰੇ ਸਟਿੱਕੀ ਨੋਟਸ ਨੂੰ ਯੂਜ਼ ਕਰਦੀ ਹੈਗੀ ਆ ਐਂਡ ਇੱਕ ਮੈਂ ਰੀਸੈਂਟਲੀ ਆਹ ਚੀਜ਼ ਪਰਚੇਜ਼ ਕੀਤੀ ਹੈਗੀ ਆ, ਦੈਟ ਇਜ਼ ਮੈਗਨੈਟਿਕ ਸ਼ਾਪਿੰਗ ਲਿਸਟ। ਸੋ ਇਹ $250 ਦਾ ਸੀਗਾ, 2.50 cents ਦਾ ਐਂਡ ਇਹਦੇ ਉੱਪਰ ਥੋੜਾ ਜਿਹਾ ਡਿਜ਼ਾਈਨ ਵੀ ਬਣਿਆ ਹੋਇਆ ਹੈ ਐਜ਼ ਯੂ ਕੈਨ ਸੀ ਐਂਡ ਇਹਦੀ ਮੈਨੂੰ ਕਾਫੀ ਜ਼ਿਆਦਾ ਜ਼ਰੂਰਤ ਸੀਗੀ। ਡਾਇਰੀ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਮੈਨੂੰ ਥੋੜੀ ਜਿਹੀ ਲਾਈਕ ਮੈਂ ਆਲਸੀ ਹਾਂ
ਐਂਡ ਮੈਂ ਕਈ ਵਾਰੀ ਇਦਾਂ ਖੋਲ ਕੇ ਨਹੀਂ ਦੇਖਦੀ ਹੈਗੀ ਐਂਡ ਇਹਦੇ ਵਿੱਚ ਬਸ ਜੋ ਚੀਜ਼ ਲਿਖੀ ਹੈ ਉਹ ਲਿਖਿਆ ਹੀ ਰਹਿ ਜਾਂਦਾ ਹੈਗਾ। ਇਸ ਕਰਕੇ ਤਾਂ ਮੈਂ ਕੁਝ ਥੋੜਾ ਜਿਹਾ ਹੋਰ ਇਫੈਕਟਿਵ ਕਰਨਾ ਚਾਹੁੰਦੀ ਸੀ, ਕਿਉਂਕਿ ਮੇਰੇ ਬਹੁਤ ਸਾਰੇ ਕੰਮ ਹੁੰਦੇ ਆ ਜੋ ਮੈਂ ਦਿਨ ਦੇ ਵਿੱਚ ਕਰਨੇ ਹੁੰਦੇ ਆ, ਬਟ ਕਈ ਵਾਰੀ ਮੈਂ ਉਹ ਚੀਜ਼ਾਂ ਭੁੱਲ ਜਾਂਦੀ ਹੈਗੀ ਆ, ਤਾਂ ਇਸ ਕਰਕੇ ਆਪਦੇ ਆਪ ਨੂੰ ਰਿਮਾਈਂਡ ਕਰਾਉਣ ਦੇ ਲਈ। ਐਂਡ ਅਨਦਰ ਥਿੰਗ ਜਿਹੜੀ ਮੈਂ ਆਪਣੀ ਪਲੈਨਿੰਗ ਦੇ ਵਿੱਚ ਯੂਜ਼ ਕਰਦੀ ਹੈਗੀ ਆ, ਦੈਟ ਇਜ਼ ਦਿਸ ਬੋਰਡ, ਜੋ ਮੈਂ ਮਤਲਬ 3-4 ਮਹੀਨੇ ਪਹਿਲਾਂ ਮੈਂ ਲਿੱਤਾ ਸੀਗਾ। ਸੋ ਇਹਦੇ ਉੱਪਰ ਮੈਂ ਕੀ ਕਰਦੀ ਹੁੰਦੀ ਹਾਂ ਕਿ ਇੱਥੇ ਆਪਣੇ ਇੰਪੋਰਟੈਂਟ ਵਰਕਸ ਲਾਈਕ ਸਟਿਕ ਕਰਦੀ ਹੁੰਦੀ ਹਾਂ। ਦੀਜ਼ ਆਰ ਦੀ ਮੈਗਨੇਟਸ, ਜੋ ਮੈਂ ਆਪਣੀ ਰੀਸੈਂਟ ਵੀਡੀਓ ਦੇ ਵਿੱਚ ਦਿਖਾਇਆ ਵੀ ਸੀਗਾ। ਰਾਈਟ ਨਾਓ ਇਹਨੂੰ ਮੈਂ ਸੈੱਟ ਕਰਨਾ ਹੈਗਾ ਥੋੜਾ ਜਿਹਾ, ਕਿਉਂਕਿ ਪਹਿਲਾਂ ਵਾਲੇ ਜਿੰਨੇ ਵੀ ਮੇਰੇ ਕੰਮ ਸੀਗੇ ਉਹ ਸਾਰੇ ਹੋ ਚੁੱਕੇ ਨੇ, ਇਸ ਕਰਕੇ ਇਹਦੇ ਉੱਪਰ ਕੋਈ ਵੀ ਸਟਿੱਕੀ ਨੋਟ ਨਹੀਂ ਲੱਗਿਆ ਹੈਗਾ। ਜਿਹੜਾ ਇਹ ਵਾਲੇ ਸਟਿੱਕੀ ਨੋਟਸ ਹੈਗੇ ਨੇ, ਦੀਜ਼ ਵਨਸ, ਸੋ ਮੈਂ ਕੀ ਕਰਦੀ ਹੁੰਦੀ ਹਾਂ ਇਹਦੇ ਉੱਪਰ ਲਿਖ ਕੇ, ਇੱਥੇ ਲਿਖ ਕੇ ਇਸ ਤੋਂ ਬਾਅਦ ਇਹਨੂੰ ਮੈਂ ਇੱਥੇ ਸਟਿਕ ਕਰ ਦੇਣੀ ਹੁੰਦੀ ਹਾਂ। ਐਂਡ ਰਾਈਟ ਨਾਓ ਮੈਂ ਇਹ ਲੈ ਕੇ ਆਈ ਹਾਂ। ਸੋ ਇਹ ਵੀ ਮੈਗਨੇਟਿਕ ਹੈ, ਵੈਸੇ ਇਹਦੇ ਪਿੱਛੇ ਮੈਗਨੇਟ ਲੱਗਿਆ ਹੋਇਆ, ਬਟ ਇਹ ਇਦਾਂ ਵੀ ਇਹਦੇ ਤੇ ਜਸਟ ਯੂ ਕੈਨ ਸੀ, ਸੋ ਇਦਾਂ ਸਟਿਕ ਹੋ ਗਿਆ ਇਹ। ਮੈਂ ਆਪਣੇ ਰੂਮ ਦੇ ਵਿੱਚ ਲਗਾਇਆ ਹੋਇਆ ਹੈਗਾ, ਤਾਂ ਕਿ ਮੈਂ ਰੂਮ ਦੇ ਵਿੱਚ ਜਿੰਨੇ ਵਾਰੀ ਵੀ ਐਂਟਰ ਕਰਾਂ, ਜਿੰਨੇ ਵਾਰੀ ਵੀ ਮੈਂ ਉਹਨੂੰ ਦੇਖਾਂ, ਤਾਂ ਮੈਨੂੰ ਆਪਣੇ ਗੋਲਸ ਜਿਹੜੇ ਹੈਗੇ ਨੇ ਉਹ ਮੈਨੂੰ ਯਾਦ ਆਉਣ, ਹੈ ਨਾ, ਤਾਂ ਕਿ ਮੈਂ ਕੋਈ ਵੀ ਚੀਜ਼ ਮਿਸ ਨਾ ਕਰ ਪਾਵਾਂ। ਕਿ ਮੈਂ ਇਦਾਂ ਦੇ ਪੈਨਸ ਯੂਜ਼ ਕਰ ਲੈਂਦੀ ਹੁੰਦੀ ਹਾਂ, ਬਲੂ ਐਂਡ ਰੈਡ ਐਂਡ ਬਲੈਕ ਐਂਡ ਹਾਈਲਾਈਟਰਸ ਦਾ ਯੂਜ਼ ਕਰਦੀ ਹੁੰਦੀ ਹਾਂ, ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਥੋੜ੍ਹੀਆਂ ਜ਼ਿਆਦਾ ਹਾਈਲਾਈਟ ਕਰਨੀਆਂ ਹੁੰਦੀਆਂ ਨੇ, ਇਸ ਕਰਕੇ। ਸੋ ਮੈਂ ਕੀ ਕਰੂੰਗੀ, ਜਿਹੜੀਆਂ ਮਤਲਬ ਮੇਰੀਆਂ ਵੀਕ ਦੀਆਂ ਪ੍ਰੋਪਰ ਸ਼ਿਫਟਸ ਵਗੈਰਾ ਹੁੰਦੀਆਂ ਨੇ, ਜਾਂ ਜੋ ਵੀ ਮੇਰਾ ਐਕਸਪੈਂਡੀਚਰ ਹੈ, ਸੋ ਸਾਰਾ ਮੈਂ ਬਿਲਿੰਗ ਵਗੈਰਾ ਦਾ ਕੰਮ ਇਹਦੇ ਤੇ ਕਰੂੰਗੀ, ਐਂਡ ਜੋ ਕਲਾਸਿਸ ਵਗੈਰਾ ਦਾ ਕੰਮ ਮੈਂ ਇਹਦੇ ਤੇ ਕਰੂੰਗੀ। ਐਂਡ ਡੇ ਟੂ ਡੇ ਰੂਟੀਨ ਦੇ ਵਿੱਚ ਜਿਹੜੀਆਂ ਚੀਜ਼ਾਂ ਮੇਰੇ ਲਈ ਇੰਪੋਰਟੈਂਟ ਹੈ, ਜੋ ਮੈਂ ਕਰਨੀਆਂ ਹੈਗੀਆਂ, ਵਾਰ-ਵਾਰ ਚੈੱਕ ਕਰਨੀਆਂ ਹੈਗੀਆਂ ਹੋਈਆਂ ਕਿ ਨਹੀਂ, ਉਹ ਮੈਂ ਇਹਦੇ ਉੱਤੇ ਪਲਾਨ ਕਰੂੰਗੀ, ਤਾਂ ਕਿ ਇਹ ਮੈਨੂੰ ਵਿਜ਼ੀਬਲ ਰਹੇ। ਐਂਡ ਜਦੋਂ ਵੀ ਮੈਂ ਇਹਨੂੰ ਦੇਖਾਂ ਜਾਂ ਆਪਣੇ ਬੈਗ ਦੇ ਵਿੱਚੋਂ ਕੱਢਾਂ, ਤਾਂ ਮੈਨੂੰ ਇੱਕਦਮ ਦੇਖ ਕੇ, ਸਮਝ ਰਹੇ ਹੋ, ਮੈਨੂੰ ਮਤਲਬ ਪਤਾ ਲੱਗ ਜੇ ਕਿ ਹਾਂ ਮੇਰੇ ਇਹ ਕੰਮ ਰਹਿੰਦੇ ਆ ਜਾਂ ਮੈਂ ਇਹ ਕੰਮ ਕਰ ਲਏ ਹੈਗੇ ਆ। ਸੋ ਲੈਟਸ ਡੂ ਦੈਟ। ਸੋ ਦਿਸ ਇਜ਼ ਅ ਕਾਈਂਡ ਆਫ ਟੂ ਡੂ ਲਿਸਟ। ਸੋ ਐਜ਼ ਯੂ ਕੈਨ ਸੀ, ਇਹ ਮੈਂ ਸਾਰੀਆਂ ਚੀਜ਼ਾਂ ਲਿਖ ਲਈਆਂ ਹੈਗੀਆਂ। ਸਟਾਰਟਿੰਗ ਦੇ ਉੱਪਰ ਮੈਂ ਆਪਣੇ ਇੰਪੋਰਟੈਂਟ ਚੀਜ਼ਾਂ ਜਿਵੇਂ ਚੈੱਕ ਸ਼ਿਫਟਸ, ਚੈੱਕ ਈਮੇਲਸ, ਇਹ ਚੀਜ਼ਾਂ ਇਹਦੇ ਉੱਪਰ ਲਿਖ ਲਈਆਂ ਹੈਗੀਆਂ। ਤਾਂ ਮੈਂ ਇਹਨੂੰ ਕੋਸ਼ਿਸ਼ ਕਰੂੰਗੀ ਕਿ ਆਪਣੇ ਬੈਗ 'ਚ ਰੱਖਾਂ, ਐਂਡ ਜਦੋਂ ਵੀ ਮੈਂ ਘਰੇ ਆਵਾਂ ਤਾਂ ਮੈਂ ਆਪਣੇ ਬੋਰਡ ਦੇ ਉੱਪਰ ਸਟਿਕ ਕਰਦਾ, ਤਾਂ ਕਿ ਮੈਨੂੰ ਆਈਡੀਆ ਰਹੇ ਕਿ ਮੈਂ ਇਹ ਸਭ ਚੀਜ਼ਾਂ ਕਰਨੀਆਂ ਹੈਗੀਆਂ। ਸੋ ਯਾ, ਦੈਟਸ ਆਲ ਅਬਾਊਟ ਮਾਈ ਪਲੈਨਿੰਗ। ਤਾਂ ਮੈਂ ਇਸ ਤਰੀਕੇ ਨਾਲ ਪਲੈਨਿੰਗ ਕਰਦੀ ਹਾਂ। ਇਸ ਤੋਂ ਇਲਾਵਾ ਅਗਰ ਕੋਈ ਚੀਜ਼ ਇੰਪੋਰਟੈਂਟ ਹੋਏਗੀ ਤਾਂ ਉਹ ਮੈਂ ਇਦਾਂ ਦੇ ਸਟਿੱਕੀ ਨੋਟਸ ਦੇ ਉੱਪਰ ਲਿਖ ਕੇ ਆਪਣੇ ਬੋਰਡ ਤੇ ਲਗਾ ਦਿੰਦੀ ਹਾਂ। ਸੋ ਇਹ ਸੀਗਾ ਮੇਰਾ ਪਲੈਨਿੰਗ ਐਂਡ ਪਲੋਟਿੰਗ ਦਾ ਸਾਰਾ ਕੁਝ। ਤਾਂ ਤੁਸੀਂ ਵੀ ਪਲੈਨਿੰਗ ਜ਼ਰੂਰ ਕਰਿਆ ਕਰੋ, ਕਿਉਂਕਿ ਇਹਦੇ ਨਾਲ ਆਪਾਂ ਆਰਗੇਨਾਈਜ਼ ਰਹਿੰਦੇ ਹੈਗੇ ਆ, ਐਂਡ ਆਪਣੀ ਲਾਈਫ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਆਰਗੇਨਾਈਜ਼ਡ ਐਂਡ ਪ੍ਰੋਡਕਟਿਵ ਰਹਿੰਦੀ ਹੈਗੀ ਆ। ਤੇ ਤੁਸੀਂ ਇਹ ਵੀ ਚੀਜ਼ ਨੋਟ ਕਰੋਗੇ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਨ ਦੇ ਨਾਲ ਤੁਹਾਡਾ ਟਾਈਮ ਜਿਹੜਾ ਹੈਗਾ ਬਹੁਤ ਘੱਟ ਵੇਸਟ ਹੋਏਗਾ। ਇੱਕ ਚੀਜ਼ ਹੋਰ ਮੈਂ ਕਰਦੀ ਹੁੰਦੀ ਹਾਂ ਕਿ ਕੋਈ ਵੀ ਚੀਜ਼ ਅਗਰ ਮੈਂ ਕਰਨੀ ਹੋਵੇ ਇੰਟਰਨੈਟ ਦੇ ਉੱਪਰ, ਅਗਰ ਮੈਂ ਦੇਖ ਰਹੀ ਹਾਂ ਕਿ ਆਹ ਚੀਜ਼ ਮੈਂ ਲੈਣੀ ਹੈਗੀ ਆ, ਜਾਂ ਇਹਦੇ ਰਿਗਾਰਡਿੰਗ ਮੈਂ ਵੀਡੀਓ ਅਪਲੋਡ ਕਰਨੀ ਹੈਗੀ ਆ, ਜਾਂ ਕੁਝ ਵੀ ਇੰਪੋਰਟੈਂਟ ਜੋ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਤੁਸੀਂ ਇਨਕਲੂਡ ਕਰਨਾ ਹੈਗਾ ਜਾਂ ਖਰੀਦਣੀ ਹੈ, ਤਾਂ ਉਹਦਾ ਉਸੇ ਸਮੇਂ ਸਕਰੀਨਸ਼ਾਟ ਜਾਂ ਉਹਦੀ ਉਸੇ ਸਮੇਂ ਪਿਕਚਰ ਲੈ ਲਿਆ ਕਰੋ, ਕਿਉਂਕਿ ਇਹਦੇ ਨਾਲ ਵੀ ਤੁਸੀਂ ਅਵੇਅਰ ਰਹੋਗੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਕਿ ਮੈਂ ਕੀ ਕਰਨਾ ਹੈਗਾ ਆਪਣੀ ਲਾਈਫ ਦੇ ਵਿੱਚ, ਐਂਡ ਕਿਹੜੇ ਗੋਲਸ ਮੇਰੇ ਲਈ ਇੰਪੋਰਟੈਂਟ ਹੈਗੇ ਆ। ਸੋ ਯਾ, ਦੈਟਸ ਆਲ ਅਬਾਊਟ ਮਾਈ ਪਲੈਨਿੰਗ। ਹੈਲੋ ਗਾਇਜ਼, ਸੋ ਅਸੀਂ ਹੁਣੇ ਕੰਮ ਤੋਂ ਫਿਨਿਸ਼ ਕੀਤਾ ਸੀਗਾ, ਤੇ ਹੁਣ ਅਸੀਂ ਇੱਥੇ ਰੈਸਟੋਰੈਂਟ ਆਏ ਹੈਗੇ ਆ ਕੌਫੀ ਵਗੈਰਾ ਪੀਣ ਵਾਸਤੇ, ਬਿਕੋਜ਼ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਹੈਗੀ ਆ। ਐਂਡ ਸੀ ਮੇਰੇ ਨਾਲ ਹੈ ਇੰਦਰਜੀਤ, ਲੈਟ ਮੀ ਸ਼ੋ ਯੂ। ਸੋ ਅਸੀਂ ਪੀ ਰਹੇ ਹੈਗੇ ਆ ਕੈਪੂਚੀਨੋ, ਨਵੀਂ ਟਰਾਈ ਕਰ ਰਹੇ ਹੈਗੇ, ਤੇ ਇਹ ਰੈਸਟੋਰੈਂਟ ਸੀਰੀਅਸਲੀ ਬਹੁਤ ਜ਼ਿਆਦਾ ਬਿਊਟੀਫੁਲ ਹੈਗਾ, ਜੋ ਤੇ ਅੱਜ ਬਹੁਤ ਬਿਜ਼ੀ ਵੀ ਹੈ। ਹੈਰੀਟੇਜ ਬਹੁਤ ਸੋਹਣਾ ਬਿਊਟੀਫੁਲੀ ਡੈਕੋਰੇਟਡ ਹੈਗਾ, ਐਂਡ ਨਾਲ ਅਸੀਂ ਖਾ ਰਹੇ ਹੈਗੇ ਚਿਪਸ। ਦੈਟਸ ਇਟ। ਹੈਲੋ ਜੀ, ਦਿਸ ਇਜ਼ ਦੀ ਨੈਕਸਟ ਡੇ, ਐਂਡ ਮੈਂ ਜੌਬ ਤੋਂ ਆ ਕੇ ਫਿਰ ਇਸ ਤੋਂ ਬਾਅਦ ਥੋੜ੍ਹੀ ਜਿਹੀ ਰੈਸਟ ਕਰਕੇ ਕਿਚਨ ਦਾ ਸਾਰਾ ਕੰਮ ਕੰਪਲੀਟ ਕਰਕੇ ਮੈਂ ਪੜ੍ਹਨ ਬੈਠ ਗਈ ਸੀਗੀ, ਤੇ ਹੁਣ ਮੇਰਾ ਸਟੱਡੀ ਦਾ ਕੰਮ ਸਾਰਾ ਆਲਮੋਸਟ ਹੋ ਚੁੱਕਿਆ ਹੈਗਾ। ਐਂਡ ਹੁਣੇ ਮੈਨੂੰ ਹੈਪੀ ਦੀ ਕਾਲ ਆਈ ਹੈਗੀ ਆ ਕਿ ਮੈਂ ਉਹਦੇ ਘਰੇ ਜਾਣਾ ਹੈਗਾ। ਵੈਸੇ ਸਾਡਾ ਪਲਾਨ ਪਹਿਲਾਂ ਤੋਂ ਹੀ ਚੱਲ ਰਿਹਾ ਸੀਗਾ, ਬਟ ਮੈਂ ਸੋਚ ਰਹੀ ਸੀਗੀ ਕਿ ਮੈਂ ਥੋੜ੍ਹੇ ਡੇਜ਼ ਮਤਲਬ ਠਹਿਰ ਕੇ ਜਾਵਾਂ, ਬਿਕੋਜ਼ ਮੈਂ ਹਜੇ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੀ ਹੈਗੀ ਆ।
ਬਟ ਸ਼ੀ ਰਿਕੁਐਸਟਡ ਮੀ ਕਿ ਨਹੀਂ 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 ਤੈਨੂੰ ਆਉਣਾ ਹੀ ਪਊਗਾ ਸੋ ਮੀਨਸ ਅਸੀਂ ਅੱਜ ਫਿਰ ਗੈਟ ਟੂਗੈਦਰ ਕਰ ਰਹੇ ਹੈਗੇ ਆਂਗੇ ਐਂਡ ਰਾਈਟ ਨਾਓ ਟਾਈਮ ਜਿਹੜਾ ਹੈਗਾ 6:30 ਹੋ ਚੁੱਕੇ ਹੈਗੇ ਆ ਤੇ ਮੇਰਾ ਆਲਮੋਸਟ ਸਾਰਾ ਕੰਮ ਫਿਨਿਸ਼ ਹੈਗਾ ਬਟ ਮੈਂ ਰੂਮ ਨੂੰ ਥੋੜਾ ਜਿਹਾ ਸੈੱਟ ਕਰਨਾ ਹੈਗਾ ਬਿਕਾਜ਼ ਐਜ਼ ਯੂ ਕੈਨ ਸੀ ਲੋਟ ਆਫ ਮੈਸ ਇੱਥੇ ਸਾਰੇ ਕਿਤੇ ਹੋਇਆ ਪਿਆ ਹੈਗਾ ਐਂਡ ਸੈਕੰਡਲੀ ਕੱਲ੍ਹ ਲਈ ਮੈਂ ਸਾਰੀ ਪ੍ਰੈਪਰੇਸ਼ਨ ਅੱਜ ਹੀ ਕਰਕੇ ਜਾਣੀ ਹੈਗੀ ਆ ਬਿਕਾਜ਼ ਮਾਰਨਿੰਗ ਮੈਂ ਸਿੱਧਾ ਉਹਦੇ ਘਰ ਤੋਂ ਹੀ ਮਤਲਬ ਜੌਬ ਤੇ ਜਾਣਾ ਹੈਗਾ ਜਾਂ ਫਿਰ ਮੈਂ ਘਰੇ ਆਉਂਗੀ ਜੋ ਵੀ ਹੋਏਗਾ ਤਾਂ ਮਾਰਨਿੰਗ ਦਾ ਸਾਰਾ ਮਤਲਬ ਮੈਂ ਆਲਮੋਸਟ ਸੈੱਟ ਕਰਨਾ ਹੈਗਾ ਤਾਂ ਕਿ ਮੈਂ ਅਗਰ ਘਰੇ ਆ ਰਹੀ ਹੈਗੀ ਆ ਤਾਂ ਮੈਨੂੰ ਬਿਲਕੁਲ ਵੀ ਮੈਂ ਕੰਮ ਤੇ ਜਾਣ ਲਈ ਲੇਟ ਨਾ ਹੋਵਾਂ ਐਂਡ ਜਾਂ ਫਿਰ ਮੈਂ ਜੇ ਉਹਦੇ ਘਰੋਂ ਜਾ ਰਹੀ ਹੈਗੀ ਆ ਤਾਂ ਮੈਂ ਸਾਰਾ ਸਟੱਫ ਆਪਦੇ ਬੈਗ ਦੇ ਵਿੱਚ ਪੈਕ ਕਰ ਲਾਂ ਤਾਂ ਮੈਨੂੰ ਤਾਂ ਵੀ ਉੱਥੇ ਜਾਣ ਲਈ ਲੇਟ ਨਾ ਹੋਵੇ ਐਂਡ ਇਸ ਤੋਂ ਇਲਾਵਾ ਮੇਰਾ ਆਲਮੋਸਟ ਸਾਰਾ ਕੰਮ ਸੌਟ ਹੈਗਾ ਐਂਡ ਇਸ ਤੋਂ ਇਲਾਵਾ ਮੈਂ ਇੱਕ ਇਹ ਚੀਜ਼ ਸੋਚ ਰਹੀ ਸੀ ਕਿ ਵਾਈ ਨਾਟ ਕਿ ਮੈਂ ਹੁਣ ਇੱਕ ਵੀਡੀਓ ਸ਼ੂਟ ਕਰਨੀ ਸੀਗੀ ਕਿਉਂ ਨਾ ਮੈਂ ਉਹ ਕਰ ਲਾਂ ਬਿਕਾਜ਼ ਹਜੇ ਮੇਰੇ ਕੋਲ 2 ਘੰਟੇ ਪਏ ਹੈਗੇ ਆ ਇਹ ਸਾਰੇ ਕੰਮ ਦੇ ਵਿੱਚ ਅੱਜ ਮੈਂ ਸੋਚਿਆ ਸੀਗਾ ਕਿ ਮੈਂ 2 ਵਜੇ ਆ ਕੇ ਮੈਂ ਵੀਡੀਓ ਸ਼ੂਟ ਕਰ ਲੂੰਗੀ ਬਟ ਮੈਂ ਕਿਚਨ ਦੇ ਵਿੱਚ ਇਹੋ ਜਿਹੀ ਬਿਜ਼ੀ ਹੋਈ ਕਿ ਮੈਨੂੰ ਬਿਲਕੁਲ ਟਾਈਮ ਹੀ ਨਹੀਂ ਮਿਲਿਆ ਹੈਗਾ ਆਈ ਥਿੰਕ ਬਹੁਤ ਜ਼ਿਆਦਾ ਚਿਟ-ਚੈਟ ਹੋ ਗਈ ਆ ਤਾਂ ਹੁਣ ਇਹ ਸਾਰੀਆਂ ਗੱਲਾਂ ਨੂੰ ਸਾਈਡ ਰੱਖਦੇ ਆ ਐਂਡ ਕਲੀਨਿੰਗ ਸਟਾਰਟ ਕਰਦੇ ਆ ਫਟਾਫਟ ਸਾਰਾ ਕੁਝ ਮਿੰਟਾਂ ਸਕਿੰਟਾਂ 'ਚ ਹੋ ਗਿਆ ਐਂਡ ਹੁਣ ਮੈਂ ਥੋੜਾ ਫਰੈਸ਼ ਹੋ ਲੈਂਦੀ ਆ ਬਿਕਾਜ਼ ਇਸ ਤੋਂ ਬਾਅਦ ਫਿਰ ਮੈਂ ਸਿੱਧਾ ਮੈਨੂੰ ਮਤਲਬ ਟੱਚਅਪ ਵਚਅਪ ਕਰਨ ਦੀ ਲੋੜ ਨਾ ਪਵੇ ਤੇ ਮੈਂ ਸਿੱਧਾ ਹੈਪੀ ਕੇ ਘਰੇ ਚੱਲ ਜਾ ਮਤਲਬ ਮੈਂ ਆਪਣਾ ਸਾਰਾ ਸਮਾਨ ਸੌਟ ਕਰ ਲੈਂਦੀ ਆ ਮਾਰਨਿੰਗ ਲਈ ਵੀ ਤੇ ਹੁਣ ਸਰਪ੍ਰਾਈਜ਼ ਰੱਖਿਆ ਸੀਗਾ ਬਰਥਡੇ ਵਾਲਾ ਇਤਰਾ ਵੀ ਦਿਖਾਓ ਆ ਵੀ ਦਿਖਾਓ ਇਹ ਵੀ ਦਿਖਾਓ ਨਾ I'm so excited ਆ ਵੀ ਦਿਖਾਓ ਥੈਂਕ ਯੂ ਸੋ ਮਚ ਆ ਯਾਰ ਐਡਾ ਤੇਨੇ ਖਾਣ ਨੂੰ ਤਾਂ ਨੇ ਆਪਾਂ ਖਾਣਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ Happy birthday, dear baby. Happy birthday to you. Hip hip. Thank you so much. और बहुत स्वाद लगे। अगला सा स्पेशल है। कितना स्वाद है ना? Thank you. Thank you. आधा देख लो यार। ਆਵੀ ਦੇਖ ਲੈ ਨਾ ਕੀ ਖਰਚਾ ਕਰਨ ਦੀ ਲੋੜ ਪਈ ਯਾਰ ਮੈਂ ਇਹੀ ਤੂੰ ਦੇਖ ਕੇ ਆਈ ਸੀ ਨਾ ਉੱਥੇ ਫਿਰ ਮੈਂ ਸੋਚਿਆ ਵੀ ਸ਼ਾਇਦ ਇਹੀ ਦੇਖ ਕੇ ਆਈ ਸੀ ਆਪਾਂ ਜਦੋਂ ਪੇਮੈਂਟ ਕਰੀ ਸੀ ਅਸੀਂ ਕਿਹਾ ਖੁੱਲੀ ਜੀਨ ਲੈਣੀ ਆ ਉਦੋਂ ਦੀਦੀ ਨੂੰ ਪੁੱਛਿਆ ਆਵਾਂਗਾ ਕਿਹੜੀ ਲੈਣੀ ਆ ਆ ਖੁੱਲੀ ਲੈਣੀ ਆ ਦਵਾਵਾਂ ਮੈਂ ਕਿ ਤੂੰ ਪਤਾ ਹੀ ਨਹੀਂ ਦਵਾਵਾਂ ਨਹੀਂ ਯਾਰ ਲਾ ਲਈ ਕੇ ਥੋੜੀ ਕਰਨੀ ਬਾਅਦ ਕੋਈ ਚੱਕਰ ਨਹੀਂ ਹੁਣ ਆਇਆ ਮੈਂ ਨੌਕਰੀ ਕਰ ਰਹੀ ਜਾ ਆ ਲਾਲਾ ਸਾਡਾ ਕੋਟ ਆਪਦਾ ਯਾਰ ਇਹ ਪਹਿਲੀ ਸੈਲੀਬ੍ਰੇਸ਼ਨ ਹੈ ਨਾ ਆਪਣੇ ਘਰੇ ਬਰਥਡੇ ਵਾਲੀ ਪਰ ਯਾਰ ਮੈਂ ਤੁਸੀਂ ਮੇਰੇ ਲਈ ਵੈਸੇ ਹੈ ਵੀ ਬੜੇ ਸਾਰੇ ਇੰਪੋਰਟੈਂਟ ਤਾਂ ਹੀ ਤਾਂ ਦੋ ਤਾਂ ਜਿਨੇ ਆ ਬਸ ਸਹੀ ਹੈ ਜੀ ਬਸ ਕਰੋ ਹੁਣ ਥੈਂਕ ਯੂ ਸੋ ਮਚ ਚਲੋ ਸਾਰੇ ਨੇ ਖਾਓ ਇਹ ਮੈਨੂੰ ਕੇਕ ਬਹੁਤ ਸਾਰਾ ਲੱਗਾ ਛੇਤੀ ਖਾਈਏ गाइस देखो इन्होंने मेरे लिए केक लिया वैसे मेरा बर्थडे 10 ਨੂੰ ਹੈ ਬਟ ਹਾਂ ਇਹ ਗਿਫਟ ਜਿਹੜਾ ਤੁਸੀਂ ਆਲਰੇਡੀ ਦੇਖ ਲਿਆ ਹੈਗਾ ਇਹ ਇੰਦਰ ਦੀ ਕਾਰਸਤਾਨੀ ਹੈ ਹੈਲੋ ਗਾਇਸ ਬਹੁਤ ਖੁਸ਼ ਨੇ ਅਸੀਂ ਬਹੁਤ ਖੁਸ਼ ਹਾਂ ਪਰ ਮੈਂ ਬਿਲਕੁਲ ਵੀ ਐਕਸਪੈਕਟ ਨਹੀਂ ਕੀਤਾ ਸੀਗਾ ਵੀ ਹਾਂ ਕੁਝ ਹੋਊਗਾ ਮੈਂ ਕਿਹਾ ਵੈਸੇ ਗੱਲਾਂ ਮਾਰਨ ਜਾਣੀਆਂ ਹੁੰਦਾ ਇਹ ਸੀਗਾ ਪਰ ਮੈਨੂੰ ਹੁਣ ਹੋਰ ਹੀ ਹੋ ਗਿਆ ਇੱਥੋਂ ਸਮਝ ਸਕਦੇ ਜਿਵੇਂ ਆਪਾਂ ਐਕਸਪੈਕਟ ਨਹੀਂ ਕੀਤਾ ਹੁੰਦਾ ਉਵੇਂ ਥੈਂਕ ਯੂ ਸੋ ਮਚ ਹੈਲੋ ਜੀ ਦਿਸ ਇਜ਼ ਦੀ ਨੈਕਸਟ ਡੇ ਐਂਡ ਕੱਲ੍ਹ ਅਸੀਂ ਬਹੁਤ ਜ਼ਿਆਦਾ ਸੈਲੀਬ੍ਰੇਟ ਕੀਤਾ ਕੱਲ੍ਹ ਵੈਸੇ ਮੈਂ ਤੁਹਾਨੂੰ ਦਿਖਾਇਆ ਹੀ ਸੀਗਾ
ਥੋੜਾ ਜਿਹਾ ਮੈਂ ਵਲੌਗ ਕੀਤਾ ਸੀਗਾ ਕਿ ਮੇਰੀ ਫਰੈਂਡ ਇੰਦਰ ਐਂਡ ਹੈਪੀ ਨੇ ਦੋਨਾਂ ਨੇ ਮੇਰੇ ਲਈ ਸਰਪ੍ਰਾਈਜ਼ ਰੱਖਿਆ ਸੀਗਾ ਐਂਡ ਮੈਨੂੰ ਪਤਾ ਨਹੀਂ ਸੀਗਾ, ਜੇ ਸਾਨੂੰ ਪਤਾ ਹੁੰਦਾ ਆਬਵੀਅਸਲੀ ਜ਼ਿਆਦਾ ਤਿਆਰ ਵਿਆਰ ਹੋ ਕੇ ਜਾਂਦੇ ਹਨਾ ਤੇ ਸੈਲੀਬ੍ਰੇਟ ਕਰਦੇ, ਬਟ ਨਹੀਂ ਪਤਾ ਸੀ, ਅਚਾਨਕ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਕੀਤਾ ਐਂਡ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਸੋ ਥੈਂਕ ਯੂ ਸੋ ਮੱਚ। ਮੈਂ ਐਕਸਪਲੇਨ ਨਹੀਂ ਕਰ ਸਕਦੀ ਵਰਡਸ ਦੇ ਵਿੱਚ ਕਿ ਤੁਸੀਂ ਦੋਨੋਂ ਮੇਰੇ ਲਈ ਕਿੰਨੀਆਂ ਜ਼ਿਆਦਾ ਇੰਪੋਰਟੈਂਟ ਹੈਗੀਆਂ ਐਂਡ ਆਸਟ੍ਰੇਲੀਆ ਦੇ ਵਿੱਚ ਮੇਰਾ ਇੱਥੇ ਮਨ ਇਸੇ ਕਰਕੇ ਲੱਗਿਆ ਹੋਇਆ ਕਿਉਂਕਿ ਤੁਸੀਂ ਦੋਨੋਂ ਮੇਰੀਆਂ ਫਰੈਂਡਸ ਹੈਗੀਆਂ ਹੋ ਐਂਡ ਤੁਹਾਡੇ ਨਾਲ ਬਸ ਮੈਂ ਕੁਝ ਵੀ ਕਹਿ ਨਹੀਂ ਸਕਦੀ ਹੈਗੀ ਕਿਉਂਕਿ ਮੇਰੇ ਕੋਲ ਕੋਈ ਵਰਡ ਨਹੀਂ ਹੈਗਾ। ਮੈਂ ਮਤਲਬ ਆਪਣੀ ਸਿਚੁਏਸ਼ਨ ਨੂੰ, ਆਪਣੀ ਫੀਲਿੰਗਸ ਨੂੰ ਕਿਵੇਂ ਐਕਸਪ੍ਰੈਸ ਕਰਾਂ। ਐਂਡ ਰਾਈਟ ਨਾਓ ਮੈਂ ਖਾ ਰਹੀ ਹੈਗੀ ਹਾਂ ਕੇਕ ਜਿਹੜਾ ਕੱਲ੍ਹ ਬਚਿਆ ਸੀਗਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਲੱਗੀ ਆ ਭੁੱਖ ਕਿਉਂਕਿ ਮੈਂ ਹੁਣੀ ਕੰਮ ਤੋਂ ਆਈ ਹਾਂ। ਐਂਡ ਵਨ ਮੋਰ ਥਿੰਗ, ਕੱਲ੍ਹ ਉਹਨਾਂ ਨੇ ਮੈਨੂੰ ਇੱਕ ਬਰਥਡੇ ਗਿਫਟ ਵੀ ਦਿੱਤਾ ਸੀਗਾ, ਸੋ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਗਿਫਟ ਕੀਤੀ ਹੈਗੀ ਆ। ਦਿਸ ਇਜ਼ ਆਫ ਪੀਚ ਕਲਰ, ਬਹੁਤ ਹੀ ਜ਼ਿਆਦਾ ਸੋਹਣੀ ਹੈ। ਦਿਸ ਇਜ਼ ਅ ਜੋਗਰ, ਬਹੁਤ ਹੀ ਜ਼ਿਆਦਾ ਸੋਹਣੀ ਆ। ਥੈਂਕ ਯੂ ਸੋ ਮੱਚ ਫॉर ਦਿਸ ਲਵਲੀ ਗਿਫਟ। ਵੈਸੇ ਇੰਨੇ ਸਾਰੀਆਂ ਚੀਜ਼ਾਂ ਦੀ ਲੋੜ ਨਹੀਂ ਸੀਗੀ ਕਿਉਂਕਿ ਬਸ ਤੁਸੀਂ ਮੇਰੇ ਨਾਲ ਆਲਵੇਜ਼ ਰਹੋ, ਇੰਨਾ ਹੀ ਮੇਰੇ ਲਈ ਸਫੀਸ਼ੀਐਂਟ ਆ। ਇਹੀ ਮੇਰੇ ਲਈ ਗਿਫਟ ਹੈਗਾ ਕਿ ਆਪਾਂ ਬਸ ਕਦੇ ਲੜੀਏ ਨਾ, ਇੱਕ ਦੂਸਰੇ ਨੂੰ ਅੰਡਰਸਟੈਂਡ ਕਰੀਏ ਐਂਡ ਇੱਕ ਦੂਸਰੇ ਦੀਆਂ ਸਿਚੁਏਸ਼ਨਸ ਨੂੰ ਅੰਡਰਸਟੈਂਡ ਕਰੀਏ ਅਤੇ ਪ੍ਰੋਬਲਮ ਦੇ ਟਾਈਮ ਇੱਕ ਦੂਸਰੇ ਦੀ ਹੈਲਪ ਕਰੀਏ ਅਤੇ ਖੁਸ਼ੀ ਦੇ ਟਾਈਮ ਇੱਕ ਦੂਸਰੇ ਨਾਲ ਸੈਲੀਬ੍ਰੇਟ ਕਰੀਏ। ਇਹੀ ਚੀਜ਼ਾਂ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਬਟ ਫਿਰ ਦੁਬਾਰਾ ਤੋਂ ਕਹਿਣਾ ਚਾਹੂੰਗੀ ਥੈਂਕ ਯੂ ਸੋ ਮੱਚ। ਮੈਂ ਵਰਡਸ ਦੇ ਵਿੱਚ ਇਹ ਚੀਜ਼ਾਂ ਐਕਸਪਲੇਨ ਨਹੀਂ ਕਰ ਸਕਦੀ ਕਿ ਤੁਸੀਂ ਮੇਰੇ ਲਈ ਇੰਨਾ ਸੋਚਿਆ, ਇੰਨੇ ਬਿਜ਼ੀ ਸਕੈਡਿਊਲ ਦੇ ਵਿੱਚੋਂ ਮੇਰੇ ਲਈ ਟਾਈਮ ਕੱਢਿਆ ਐਂਡ ਮੇਰੇ ਲਈ ਕੇਕ ਲੈ ਕੇ ਆਏ, ਸਭ ਕੁਛ। ਥੈਂਕ ਯੂ।